ਨਿਰੰਕਾਰ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ। ਆਪਾਂ ਸਾਰੇ ਹੀ ਗੁਰੂ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ ਪਰਸ ਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਉਦਮ ਕਰ ਰਹੇ ਹਾਂ। ਅਰਦਾਸ ਕਰੀਏ, ਲੇਵੋ ਕੰਠ ਲਗਾਏ ਆਪਦਾ ਸਭ ਹਰ। ਐ ਮੇਰੇ ਮਾਲਕ, ਮੈਨੂੰ ਆਪਣੇ ਗਲ ਦੇ ਨਾਲ ਲਾ ਲੈ, ਮੇਰੀਆਂ ਸਾਰੀਆਂ ਮੁਸੀਬਤਾਂ, ਵਿਪਤਾ, ਦੁੱਖ, ਕਲੇਸ਼ ਖਤਮ ਕਰ ਦੇ। ਇਹ ਅਰਦਾਸ ਸਤਿਕਾਰਯੋਗ ਬੇਟੀ ਕੀਰਤਨ ਦੁਆਰਾ ਕਰ ਰਹੇ ਸਨ। ਆਓ ਜਿੱਥੇ ਸਰੀਰ ਕਰਕੇ ਗੁਰੂ ਦਰਬਾਰ ਵਿੱਚ ਬੈਠੇ ਹਾਂ, ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡਾ ਮਨ ਵੀ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰ ਹੋ ਜਾਏ, ਤਾਂ ਜੋ ਆਪ ਜੀ ਦਾ ਉਪਦੇਸ਼ ਮਨ ਰਾਹੀਂ ਸਾਡੇ ਜੀਵਨ ਵਿੱਚ ਵਸ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਹਿਰਦੇ ਨੇਤਰਾਂ ਵਿੱਚ ਵਸਾ ਕੇ ਇਸ ਨਾਚੀਜ਼ ਸੇਵਕ ਨੂੰ ਅਸੀਸ ਬਖਸ਼ਿਸ਼ ਕਰੋ ਤੇ ਸਾਰੇ ਪ੍ਰੇਮ ਵਿੱਚ ਭਿੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿੰਨ ਸ਼ਬਦਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸੇਵਕ ਪਰਿਵਾਰ ਵੱਲੋਂ ਪਿਛਲੇ 3 ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਜਾਪ ਆਰੰਭ ਕਰਵਾਏ ਗਏ। ਅਰਦਾਸ ਕੀ ਸੀ? ਬਾਬਾਣੀਆਂ, ਕਹਾਣੀਆਂ ਪੁੱਤ ਸਪੁੱਤ ਕਰੇ। ਆਪਣੇ ਬਜ਼ੁਰਗਾਂ ਦੀਆਂ, ਦਾਦੇ ਦਾਦੀ, ਮਾਤਾ ਪਿਤਾ, ਤਿੰਨਾਂ ਦੀ ਮਿੱਠੀ ਯਾਦ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ। ਆਪਾਂ ਸਾਰਿਆਂ ਨੇ ਗੁਰੂ ਕੋਲੋਂ ਕੁਝ ਨਾ ਕੁਝ ਮੈਸੇਜ ਲੈਣਾ ਹੈ। ਇੱਕ ਹੈ ਨਿਤ ਭਗਤੀ, ਇੱਕ ਹੈ ਨਿਮਿਤ ਭਗਤੀ। ਕਿਸੇ ਦੇ ਕੀਤੇ ਹੋਏ ਉਦਮ ਦਾ ਸਦਕਾ ਸਾਡੇ ਹਿਰਦੇ ਵਿੱਚ ਕੋਈ ਐਸੀ ਭਾਵਨਾ ਜਾਗ ਪਏ ਕਿ ਅਸੀਂ ਵੀ ਆਪਣੇ ਮਾਂ-ਬਾਪ ਦੀ ਜਿਉਂਦੇ ਜੀ ਸੇਵਾ ਕਰ ਸਕੀਏ। ਆਪਾਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਨਾ, ਸ਼ਬਦ ਪਹਿਲਾ ਸੀ ਕਰਨ ਬੰਦਗੀ ਵਿਰਲੇ ਬੰਦੇ। ਦੂਸਰਾ ਸ਼ਬਦ ਸੀ ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜ ਰੇ। ਕਿਤੇ ਬਿਨਾਂ ਕੋਈ ਕੰਮ ਕੀਤਿਆਂ ਹੀ ਨਾ ਜੀਵਨ ਬੀਤ ਜਾਏ, ਕਿਉਂਕਿ ਬੀਤ ਤੇ ਜਾਣਾ ਹੀ ਹੈ। ਜਿਹੜਾ ਸਮਾਂ ਹੈ ਨਾ, ਇਹਨੇ ਤੇ ਲੰਘ ਹੀ ਜਾਣਾ ਹੈ। ਭਾਈ ਸਾਹਿਬ ਜੀ ਦਾ ਇੱਕ ਫਾਰਸੀ ਦੇ ਵਿੱਚ ਬਚਨ ਹੈ, ਈ ਉਮਰ ਗਿਰਾ ਮਾਇਆ ਗਨੀਮਤ ਸ਼ੁਮਾਰ ਆਖਿਰ, ਮਾਂ ਸੁਬਾ ਨਾ ਦੀਦੇ ਕਿ ਉਹ ਸ਼ਾਮ ਨਾ ਦਾਰਦ। ਉਮਰ ਆਪਣੀ ਨੂੰ ਸਮਝ ਗਨੀਮਤ, ਪਲ ਪਲ ਪਈ ਵਿਹਾਵੇ ਮਿਰਤ ਵੱਲ ਜਾਵੇ। ਆਪਾਂ ਮੌਤ ਵੱਲ ਨੂੰ ਜਾ ਰਹੇ ਹਾਂ, ਸਾਰੇ ਪਲ ਪਲ ਕਰਕੇ ਜਾ ਰਹੇ ਹਾਂ। ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਉਂ ਪਾਣੀ। ਇੱਕ ਕਿਸੇ ਘੜੇ ਨੂੰ ਤਰੇੜ ਆਈ ਹੋਵੇ ਨਾ, ਤੇ ਥੋੜਾ ਥੋੜਾ ਪਾਣੀ ਸਿਮਦਾ ਤੇ ਉਦੋਂ ਪਤਾ ਲੱਗਦਾ ਘੜਾ ਖਾਲੀ ਹੋ ਜਾਂਦਾ। ਉਮਰ ਆਪਣੀ ਨੂੰ ਸਮਝ ਗਨੀਮਤ, ਪਲ ਪਲ ਪਈ ਵਿਹਾਵੇ ਮਿਰਤ ਵੱਲ ਜਾਵੇ। ਇਹੋ ਜਿਹੀ ਕੋਈ ਸੁਬਹ ਨਾ ਦੇਖੀ, ਜਿਸ ਨੂੰ ਸ਼ਾਮ ਨਾ ਖਾਵੇ, ਰਾਤ ਨਾ ਪਾਵੇ। ਦਿਨ ਚੜ੍ਹਨਾ ਹੈ, ਲੰਘ ਜਾਣਾ ਹੈ, ਅਗਲਾ ਦਿਨ ਆ ਜਾਣਾ ਹੈ, ਸਾਡੇ ਜੀਵਨ ਦਾ ਇੱਕ ਦਿਨ ਹੋਰ ਕੱਟ ਜਾਣਾ ਹੈ। ਮਾਂ ਬਾਪ
ਬੱਚੇ ਜਦੋਂ ਸੰਸਾਰ ਤੇ ਆਉਂਦੇ ਨੇ, ਪੈਦਾ ਕਰਦੇ ਹਨ, ਬੜੇ ਸੌਖੇ ਤਰੀਕੇ ਨਾਲ ਆਪਾਂ ਸਮਝਣ ਦਾ ਯਤਨ ਕਰਨਾ ਹੈ। ਸੁਖਮਨੀ ਸਾਹਿਬ ਜੀ ਦੀ ਇੱਕ ਪੰਕਤੀ ਦੀ ਆਪਾਂ ਟੇਕ ਲੈਣੀ ਹੈ ਕਿ ਇਹ ਪਰਿਵਾਰ ਆਪਣੇ ਮਾਤਾ ਪਿਤਾ ਬਜ਼ੁਰਗਾਂ ਦੀ ਯਾਦ ਮਨਾ ਰਿਹਾ, ਤੇ ਗੁਰਬਾਣੀ ਕੀ ਕਹਿੰਦੀ ਹੈ? ਆਪਣਿਆਂ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਕੀਤੀਆਂ ਕਥਾ ਕਹਾਣੀਆਂ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਹਨ। ਗੁਰਦੇਵ ਮਾਤਾ, ਗੁਰਦੇਵ ਪਿਤਾ। ਜੀਵਨ ਦੇ ਵਿੱਚ ਰਹਿੰਦਿਆਂ ਮਾਤਾ ਪਿਤਾ ਬਜ਼ੁਰਗਾਂ ਦੀ ਸੇਵਾ ਕਰਨੀ, ਇਹ ਸਾਡਾ ਸਭ ਤੋਂ ਪਹਿਲਾ ਤੇ ਵੱਡਾ, ਸਭ ਤੋਂ ਵੱਡਾ ਧਰਮ ਹੈ। ਸੁਖਮਨੀ ਸਾਹਿਬ ਜੀ ਦੀ ਇੱਕ ਪੰਕਤੀ ਸਾਰਿਆਂ ਨੂੰ ਯਾਦ ਹੈ ਆਪ ਜੀ ਨੂੰ, ਬਿਰਧ ਭਇਆ ਉੱਪਰ ਸਾਤ ਸੈਨ। ਜਦੋਂ ਕੋਈ ਬੰਦਾ ਬਜ਼ੁਰਗ ਹੋ ਜਾਂਦਾ ਹੈ ਨਾ, ਸ਼ੁਰੂ ਇੱਥੋਂ ਹੁੰਦੀ ਹੈ ਅਸ਼ਟਪਦੀ। ਰਮਈਆ ਸ਼ਲੋਕ ਹੈ, ਰਮਈਆ ਕੇ ਗੁਣ ਚੇਤ ਪ੍ਰਾਣੀ। ਐ ਪ੍ਰਾਣੀ, ਤੂੰ ਰਮਈਆ, ਰਮੇ ਹੋਏ ਅਕਾਲ ਪੁਰਖ ਦੇ ਗੁਣਾਂ ਨੂੰ ਚੇਤੇ ਕਰ। ਉਸ ਤੋਂ ਪਿੱਛੇ ਸ਼ਲੋਕ ਹੈ, ਮੇਰੇ ਖਿਆਲ ਚੌਥੀ ਅਸ਼ਟਪਦੀ ਹੈ। ਨਿਰਗੁਣ ਯਾਰ ਇਆਣਿਆ, ਸੋ ਪ੍ਰਭ ਸਦਾ ਸੰਭਾਲ। ਉਸ ਵਾਹਿਗੁਰੂ ਦੀ ਨਾਮ ਦੀ ਸੰਭਾਲ ਕਰ। ਬਾਕੀ ਤੇ ਸਾਰਾ ਕੁਝ ਆਪਾਂ ਸੰਭਾਲਦੇ ਆ, ਪਰ ਨਾਮ ਨਹੀਂ ਸੰਭਾਲਦੇ। ਇਹ ਆਣਾ ਤਾਂ ਕਿਹਾ ਕਿ ਬਹੁਤ ਕੁਝ ਸੰਭਾਲ ਲੈਂਦੇ ਹਾਂ। ਜੇ ਖੁਦਾ ਨਾ ਖਾਸਤਾ ਕੋਈ ਕੁਰਖਤ ਬੋਲ ਪਏ ਨਾ ਮਾੜਾ ਜਿਹਾ, ਅੱਜ ਤੋਂ 20 ਸਾਲ ਪਹਿਲਾਂ ਵੀ ਜੇ ਕੋਈ ਮਾੜਾ ਮੋਟਾ ਔਖਾ ਬੋਲਿਆ ਨਾ, ਭਾਵੇਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬੋਲਿਆ, ਉਹ ਗੱਲ ਤੇ ਸੰਭਾਲ ਕੇ ਰੱਖੀ ਹੋਈ ਹੈ। ਕੋਈ ਬਾਤ ਨਹੀਂ, ਤੂੰ ਮੈਨੂੰ ਇਹ ਗੱਲ ਕਹੀ ਹੈ ਨਾ, ਮੈਂ ਤੇਰੇ ਨਾਲ ਨਿਭੜਾਂਗਾ। ਇਹ ਗੁਣਾ ਤੋਂ ਸਖਣੇ ਮਨੁੱਖ, ਨਿਰਗੁਣ ਹਾਰ ਇਆਣਿਆ। ਇਹ ਆਣਿਆ ਗੁਣਾ ਤੋਂ ਸਖਣਿਆ। ਹੋਰ ਪੰਕਤੀ ਹੈ, ਹਮ ਅਵਗੁਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖਾਈ। ਕਿਸ ਗੱਲ ਦਾ ਹੰਕਾਰ ਕਰੀਏ? ਮਾਤਾ ਪਿਤਾ ਦੇ ਪ੍ਰਤੀ ਕਿੰਨੇ ਕੁ ਸਾਨੂੰ ਵਫਾਦਾਰ ਹੋਣਾ ਚਾਹੀਦਾ ਹੈ। ਮੈਂ ਇਤਿਹਾਸ ਦੀ ਇੱਕ ਗਾਥਾ ਆਪ ਜੀ ਦੇ ਨਾਲ ਸਾਂਝੀ ਕਰਾਂਗਾ, ਕਿਉਂਕਿ ਕਈ ਵਾਰੀ ਨਾ ਅਸੀਂ ਬਹੁਤ ਆਪਣੇ ਆਪ ਨੂੰ ਨਾ ਇਉਂ ਸਮਝਦੇ ਕਿ ਮੈਨੂੰ ਬੜਾ ਗਿਆਨ ਹੈ, ਮੈਨੂੰ ਸਭ ਪਤਾ ਹੈ। ਪਰ ਜਦੋਂ ਅਸੀਂ ਗੁਰੂ ਕੀ ਬਾਣੀ ਪੜਾਂਗੇ, ਥੋੜਾ ਜਿਹਾ ਆਪਣੇ ਅੰਦਰ ਝਾਕ ਕੇ ਵੇਖਾਂਗੇ ਨਾ, ਫਿਰ ਇਉਂ ਲੱਗੇਗਾ ਨਹੀਂ ਅਜੇ ਤੇ ਕੁਝ ਵੀ ਨਹੀਂ ਪਤਾ। ਮਾਤਾ ਪਿਤਾ ਦੇ ਪ੍ਰਤੀ ਸਾਡੀ ਕਿੰਨੇ ਕੁ ਵਫਾਦਾਰੀ, ਕਿੰਨੇ ਕੁ ਅਸੀਂ ਜਵਾਬਦੇਹ ਹਾਂ। ਸਾਰੀ ਗੁਰਬਾਣੀ ਆਪਾਂ ਪੜ੍ਹਦੇ ਹਾਂ, ਕਿਉਂਕਿ ਕਈ ਵਾਰੀ ਅਸੀਂ ਪੰਕਤੀਆਂ ਦੇ ਨਾ ਅੱਧੇ ਪੰਕਤੀਆਂ ਦੇ ਅਰਥ ਕੱਢ ਲੈਂਦੇ ਹਾਂ। ਗੁਰਬਾਣੀ 'ਚ ਵੀ ਲਿਖਿਆ ਕਿ ਕੋਈ ਪਤਾ ਨਹੀਂ ਪਾਪ ਕੀ ਹੁੰਦਾ ਹੈ, ਪਾਪ ਪੁੰਨ ਹਮਰੇ ਵਸ ਨਾਹੀਂ। ਫਿਰ ਗੁਰੂ ਅਰਜਨ ਦੇਵ ਮਹਾਰਾਜ ਆਪ ਬਾਣੀ ਵਿੱਚ ਲਿਖਦੇ ਹਨ ਕਿ ਪਾਪ ਹੁੰਦਾ, ਮੈਂ ਤੈਨੂੰ ਦੱਸਣਾ ਹਾਂ ਕਿ ਕੀ ਪਾਪ ਹੁੰਦਾ। ਗੁਰਬਾਣੀ ਦੇ ਵਿੱਚ ਹਰ ਚੀਜ਼ ਦੇ ਦੋਵੇਂ ਪਹਿਲੂ ਵਿਖਾਏ ਗਏ ਹਨ। ਅਸੀਂ ਕਿੱਥੇ ਖੜੇ ਹਾਂ, ਇੱਕ ਅਵਸਥਾ ਹੈ, ਕਿਉਂਕਿ ਬਾਣੀ ਨੂੰ ਬੜੇ ਧਿਆਨ ਨਾਲ ਸਮਝਣਾ ਪੈਂਦਾ ਹੈ। ਇਹ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਿਹ ਵਿਚਾਰ। ਇਹ ਮਨੁੱਖ ਆ ਜਿਹੜਾ ਜਗ ਹੈ ਨਾ, ਇਹ ਤੇ ਧੂਏ ਦਾ ਪਹਾੜ ਹੈ, ਤੂੰ ਇਹਨੂੰ ਕਿਵੇਂ ਸੱਚਾ ਮੰਨ ਲਿਆ?
एक अवस्था है, एक अवस्था ते ये जग कुछ भी नहीं, धुएं का पहाड़ है। फिर पातशाह नाल ही कहते हैं, आशा दी वार आप जी पढ़ते हो सारे, यह जग सच्चे की है कोठड़ी, सच्चे का विश्वास। हुण जिहड़ा आम बंदा है वो तो कहेगा एक पासे पातशाह कह रहे हैं धुएं का पहाड़ है, एक पासे सच्चे की कोठड़ी है। साडी बिरती ते डिपेंड करता है, जदों अकाल पुरख दे नाल साडी लिव लग गई, सारियां दे विच रब दिसन लग पिया, फिर सारियां दे विच सच ही नजर आएगा। ते जदों सानू धोखा मिलता ते असीं धोखा करदे हां ते फिर धुएं दा ही पहाड़ है ना। साडी अवस्था कित्थे है, असीं कित्थे खड़े आ, किन्नी क सिमरन बंदगी कीती है, उस हिसाब नाल गुरबाणी दे अर्थ होणगे। अर्थ हर बंदे ने अपने अपने करने। मैं ते टीका पढ़ के तुहानू अर्थ सुना दियाँगा, पर जिस दिन वो अर्थ तुहाडे जीवन विच घट जाणगे उस दिन अवस्था कुछ होर होएगी। वो जदों घटना साडे जीवन विच वापरेगी ना, आप उस स्टेज ते पहुंचांगे। तां ही ते बाणी विच कहा ना, बंदे खोज दिल हर रोज ना फिर परेशानी माही। जे परेशानियां तो बचना है ना तो नितनेम कर, रोज बाणी पढ़। हर बंदे ने अपना आप रास्ता बनाना है। ते पातशाह ने कहा भी यही है कि बाणी हर किसी ने आप पढ़नी है ते आप ही समझ आएगी। कोशिश करिए जिन्ना आप पढ़ सकते हैं। माता पिता की आप बात कर रहे हैं, बाणियां कहानियां पुत सपुत करें, जे सतगुर भावै से मन लैन। कि इस शब्द के अर्थ हैं, पातशाह की बख्शिश कर रहे हैं, आपां गुरु की हजूरी में समझने का यत्न करना है। छेवें पातशाह पाप की गल दस कर रहा सी कि एक पासे पातशाह कहते हैं कि पाप पुन का साडे वस विच नहीं है, कि पाप की है पुन की है। फिर पातशाह आप ही बाणी विच बख्शिश करते हैं ते उन्हां दे घर की गल है कि उन्होंने वो वचन गुरबाणी विच अंकित कर दिता कि किते गुरसिख इस पाप का भागी ना बन जाए। सारंग राग दे विच है शब्द, सारंग महला पंजवा। काहे पूत झगड़त हो संग बाप। ऐ पुत्रा, तू अपने पिता दे नाल, मां दे नाल, परिवार दे नाल क्यों झगड़ा करता है? यही सब तो बड़ा पाप है। काहे पूत झगड़त हो संग बाप, जिनके जने बडीरे तुम हो, तिन स्यों झगड़त पाप। ये बड़ा बड़ा पाप है, किते तू इस पाप का भागी ना बन जाए। जे गुरु की हजूरी विच आके भी तेनू समझ ना आई, फिर इत्थे आउण दा की फायदा होएगा? इत्थे ते असीं रोज कुछ ना कुछ सिख के जाना है। सिक्खी सिक्ख्या गुर विचार, गुरु दी विचार नू जिस दिन सिख लिया उस दिन सिख बन जाएगा। वही सिख है ना जिहड़ा गुरु की सिक्ख्या नू सुन लवे। छेवें पातशाह जी धन साहिब श्री गुरु हरगोबिंद पातशाह जी, तिन्हां दे माता जी सत्कारयोग माता गंगा जी, सारे आप जी तिन्हां दे जीवन तो जाणू हो। जेड़े गुरसिख प्यारे बाबा बकाला साहिब जाते हैं, उन्होंने पता है कि उत्थे माता जी का अस्थान बनया होया है, जिथे उन्होंने अपना पंचभूतक शरीर जिहड़ा सी वो त्यागया सी। माता जी ने धन साहिब श्री गुरु हरगोबिंद पातशाह जी ते सानू ये पहले ही कह रखिया सी
कि मेरी ये इच्छा है, बिरद भया ऊपर साख सैन, मुख प्याओ बैठ को दैन। ਜਦੋਂ ਸਾਡੇ ਬਜ਼ੁਰਗ ਬੁੱਢੇ ਹੋ ਜਾਂਦੇ ਤੇ ਫਿਰ ਆਪਾਂ ਉਹਨਾਂ ਨੂੰ ਕਿਵੇਂ ਗੋਦੀ ਵਿੱਚ ਲੈ ਕੇ ਕਿਤੇ ਪਾਣੀ, ਕਿਤੇ ਖਿਚੜੀ ਦਾ ਚਮਚਾ, ਕੁਝ ਨਾ ਕੁਝ ਖਵਾਉਂਦੇ ਆ ਕਿ ਕੁਝ ਨਾ ਕੁਝ ਇਹਨਾਂ ਦੇ ਅੰਦਰ ਚਲਾ ਜਾਏ। ਤੇ ਪਰ ਜਦੋਂ ਅਸੀਂ ਬੱਚੇ ਹੁੰਦੇ ਆ ਫਿਰ ਉਹੀ ਮਾਂ-ਬਾਪ ਸਾਨੂੰ ਖਵਾਉਂਦੇ ਨੇ। ਇੱਕ ਸੰਸਾਰ ਦੀ ਸਾਈਕਲ ਹੈ, ਚੱਕਰ ਚੱਲ ਰਿਹਾ ਹੈ। ਜੇ ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ ਸੀ ਤੇ ਸਾਡੀ ਵੀ ਇਹ ਡਿਊਟੀ ਹੈ ਕਿ ਅਸੀਂ ਵੀ ਆਪਣਾ ਫਰਜ਼ ਪੂਰਾ ਕਰੀਏ। बहुत कुछ इस बाबत कहने को है, पर आपां मेन पॉइंट गुरु की हजूरी में जानने का यत्न करांगे। माता जी ने यह हुक्म किया सी कि मेरी ये इच्छा है, क्योंकि गुरु अर्जन देव महाराज जी नूं अंतिम समय जल दे विच उन्हां दे शरीर नूं भेटा किया गया सी। ते माता जी ने इच्छा जाहिर की कि मेरा भी जिहड़ा शरीर है ना वो तुसी जल प्रवाह करना, भावें ये गुरु का हुक्म है कि आपां जिहड़ा शरीर है उसनूं अगन भेटा करना है। पर माता जी ने ऐसी इच्छा की ते साखी लिखी हुई है। अंतिम समा आया, गुरु हरगोबिंद पातशाह जी नूं स्नेहा मिलिया, पहुंच गए माता जी के कोल। अंतिम समा सी, श्वास जाने सी। इतिहासकार लिखते हैं कि साहिब श्री गुरु हरगोबिंद पातशाह जी ने माता जी का शरीर अपने गोदी दे विच ले लिया, प्यार नाल श्री जपजी साहिब जी का पाठ किया। हौली हौली करते माता जी जिहड़े सन वो अपने श्वास जिहड़े सी उन्होंने त्याग दिते, शरीर नूं ढक दिता गया। कीर्तन होया, माता जी की इच्छा अनुसार जो भी अर्थी तैयार की गई, प्रोग्राम बनाया गया तो उन्हों का जिहड़ा पंजभूतक शरीर सी उन्होंने ब्यासा दरिया बाबा बकाला जी के नज़दीक ही है, उहदे विच प्रवाह करने वास्ते जा रहे सन। ते जदों उत्थे ब्यासा दरिया के कंढे ते पहुंचे ते जदों माता जी का शरीर अजे जल प्रवाह करना सी ते धन साहिब श्री गुरु हरगोबिंद पातशाह जी ने माता जी के चेहरे तो कपड़ा चुक के ते बड़े प्यार नाल माता जी के दर्शन किए। काफी समा दर्शन करते रहे, चेहरा ढक दिता। सेवादारां नूं इशारा होया कि माता जी का जिहड़ा शरीर है उन्होंने पानी दे विच छड़ दिता जाए। इतिहासकारां ने लिखा कि शरीर लैके सेवादार पानी विच गए। पातशाह जी लगातार निरंतर उस शरीर वाल जिथे जिथे जा रहा सी देखते रहे बिना अख चमकाए। छेवें पातशाह ते लंबा समा देखते रहे। इतना सेवादार सारा कुछ करके आ गए ते की देखते हैं कि पातशाह दियां अखां दे विचों जिहड़ा जल सी वो दाड़े तो थल्ले डिग रहा सी, पानी दियां बूंदां थल्ले डिग रही सी। सारा हो गया। फिर गुरसिखा ने पूछा कि पातशाह आप जी का हुक्म है कि रोना नहीं, तो फिर आप जी सानू किवें सिखाओगे? जे आप जियां दे अखां दे विचों ही जल आ गया फिर असीं हौसला किवें करांगे? ते गुरबाणी भी कहती है कि कदी भी रोना नहीं, अथरू नहीं आने चाहिए। फिर पातशाह क्योंकि ऐसियां 5-6 साखियां ने जिथे धन श्री गुरु हरगोबिंद पातशाह जी ने गुरसिखां नूं बहुत वधिया जिहड़े उन्होंने क्वेश्चन से उन्होंने आंसर दिते हैं। बीबी वीरो जी के इतिहास तो आप जी जानू होवोगे। पातशाह जी ने गुरसिखां नूं मुखातब करके कहा कि ये जिहड़े पानी है, जिहड़े अथरू ने ना,
ਉਹ ਅਥਰੂ ਨਹੀਂ, ਵਿਛੋੜੇ ਦੇ ਅਥਰੂ ਨਹੀਂ ਹੈਗੇ। ਵਿਛੋੜਾ ਦੇ ਸਰੀਰ ਦਾ ਹੋਣਾ ਹੀ ਹੋਣਾ, ਸਰੀਰ ਨੇ ਅੱਜ ਨਹੀਂ ਤੇ ਕੱਲ ਜਾਣਾ ਹੀ ਜਾਣਾ। ਇਹ ਧੰਦਾ ਪਿੱਟਣ ਵਾਲੇ ਅਥਰੂ ਨਹੀਂ ਹੈਗੇ, ਇਹ ਪਿਆਰ ਦੇ ਅਥਰੂ ਨੇ, ਪਿਆਰ ਦਾ ਜਲ ਹੈ। ਮੈਂ ਇਹ ਸੋਚ ਰਿਹਾ ਸੀ, ਪਾਤਸ਼ਾਹ ਕਹਿ ਰਹੇ, 6ਵੇਂ ਪਾਤਸ਼ਾਹ, ਕਿ ਇਹ ਧੰਨ ਮਾਤਾ ਜੀ, ਮਾਤਾ ਗੰਗਾ ਜੀ, ਕਿਸ ਤਰ੍ਹਾਂ ਮੇਰੇ ਵਾਸਤੇ ਇਹਨਾਂ ਨੇ ਕੀ ਕੁਝ ਕੀਤਾ। ਕਿਸ ਤਰ੍ਹਾਂ ਬੀੜ ਬਾਬਾ ਬੁੱਢਾ ਸਾਹਿਬ ਗਏ, ਮੇਰਾ ਜਨਮ ਹੋਇਆ, ਕਿੰਨੇ ਹੱਲੇ ਹੋਏ ਕਿ ਕੋਸ਼ਿਸ਼ ਕੀਤੀ ਗਈ ਕਿ 6ਵੇਂ ਪਾਤਸ਼ਾਹ ਨੂੰ ਸਰੀਰਕ ਤੌਰ ਤੇ ਖਤਮ ਕੀਤਾ ਜਾਏ। ਸਾਰੀ ਇਤਿਹਾਸ ਦੀਆਂ ਸਾਖੀਆਂ ਤੋਂ ਆਪ ਜੀ ਜਾਣੂ ਹੋ, ਤੇ ਬਾਣੀ ਵਿੱਚ ਬੜੇ ਸ਼ਬਦ ਲਿਖੇ ਹਨ, ਬਹੁਤ ਸਾਰੇ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ। ਜਦੋਂ ਗੁਰੂ ਆਪ ਰਾਖਾ ਹੁੰਦਾ, ਮਾਤਾ ਪਿਤਾ ਅਰਦਾਸ ਕਰਦੇ ਹਨ। ਜੇ ਮਾਤਾ ਪਿਤਾ ਹੈ ਨਾ ਤੇ ਕੋਈ ਕੁਝ ਨਹੀਂ ਵਿਗਾੜ ਸਕਦਾ। ਕਿਸ ਤਰ੍ਹਾਂ ਮਾਤਾ ਪਿਤਾ ਆਪਣੇ ਬੱਚੇ ਦੀ ਰਾਖੀ ਕਰਦੇ ਹਨ, ਤੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ, ਤੇ ਆਪ ਜੀ ਸਾਰੇ ਪੜ੍ਹਦੇ ਹੋ, ਕੇਵਲ ਸੁਣੀ ਸੁਣਾਈ ਘਟਨਾ ਨਹੀਂ ਹੈ। ਇਸ ਗੱਲ ਤੋਂ ਆਪਾਂ ਸਾਰੇ ਜਾਣੂ ਹਾਂ, ਤੇ ਫਿਰ ਵੀ ਅਸੀਂ ਆਪਣੇ ਮਾਤਾ ਪਿਤਾ ਦਾ ਨਿਰਾਦਰ ਕਰੀਏ, ਫਿਰ ਆਪਾਂ ਗੁਰਸਿੱਖ ਕਹਾ ਸਕਦੇ ਹਾਂ। ਅਸੀਂ ਸਿੱਖਿਆ ਲੈਣੀ ਹੈ, ਕਿਸ ਵੀ ਵਿਸ਼ੇ ਤੋਂ ਲੈ ਲਈਏ। ਖਾਲਸੇ ਦਾ, ਗੁਰਸਿੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ ਹੈ ਕਿ ਮੇਰੀ ਮਾਂ ਨੇ ਮੇਰੇ ਵਾਸਤੇ ਕੀ ਕੁਝ ਕੀਤਾ। ਮੈਂ ਬਾਰ-ਬਾਰ ਉਹਨਾਂ ਦੇ ਉਹਨਾਂ ਪਰਉਪਕਾਰਾਂ ਨੂੰ ਯਾਦ ਕਰ ਰਿਹਾ ਹਾਂ। ਕਿਸ ਤਰ੍ਹਾਂ ਹਰ ਵੇਲੇ ਅਰਦਾਸ ਕਰਦੇ ਸਨ। ਇੱਕ ਹੋਰ ਆਪ ਜੀ ਨੇ ਸ਼ਾਇਦ ਕਦੀ ਮਹਿਸੂਸ ਕੀਤਾ ਹੋਵੇ ਕਿ ਕਿੰਨੀ ਤੀਖਣ ਬੁੱਧੀ ਹੁੰਦੀ ਹੈ ਬੱਚੇ ਦੀ। ਛੋਟਾ ਜਿਹਾ ਬੱਚਾ, ਬਿਲਕੁਲ ਛੋਟਾ, ਅਜੇ ਕੁਝ ਕੁ ਦਿਨਾਂ ਦਾ, ਮਹੀਨਿਆਂ ਦਾ ਹੈ, ਤੇ ਮਾਂ ਦੇ ਨਾਲ ਉਹਦਾ ਕਿੰਨਾ ਆਪਸ ਵਿੱਚ ਪਿਆਰ ਹੈ। ਜੇ ਬੱਚਾ ਪੈਦਾ ਹੁੰਦਾ ਨਾ ਤੇ 2-4 ਦਿਨਾਂ ਦਾ, ਮਹੀਨੇ ਦਾ, 10 ਦਿਨ ਦਾ ਹੋਵੇ, ਤੇ ਜੇ ਕੋਈ ਹੋਰ ਚੁੱਕੇ ਤੇ ਆਪਾਂ ਵੇਖਦੇ ਹਾਂ ਕਿ ਰੋਣ ਲੱਗ ਪੈਂਦਾ। ਪਰ ਉਹੀ ਬੱਚਾ ਜਦੋਂ ਮਾਂ ਚੁੱਕ ਕੇ ਆਪਣੇ ਨਾਲ ਲਾ ਲੈਂਦੀ ਹੈ ਨਾ, ਛਾਤੀ ਨਾਲ, ਮੋਢੇ ਨਾਲ, ਤੇ ਬੱਚਾ ਚੁੱਪ ਕਰ ਜਾਂਦਾ ਹੈ। ਕਾਰਨ ਕਿ ਬੱਚਾ ਆਪਣੀ ਮਾਂ ਦੀ ਧੜਕਣ ਨੂੰ ਪਛਾਣਦਾ ਕਿ ਇਹ ਉਹੀ ਹੈ ਜਿਸ ਨੇ ਮੇਰੇ ਤੇ ਪਰਉਪਕਾਰ ਕੀਤਾ। ਇੰਨੀ ਤੀਖਣ, ਇੰਨੀ ਛੋਟੀ, ਇੰਨੀ ਸਮਝ ਹੈ ਜੀਵ ਦੇ ਵਿੱਚ। ਆਪਣੀ ਮਾਂ ਦੀ ਧੜਕਣ ਨੂੰ ਵੀ ਪਛਾਣਦੇ ਹਾਂ ਆਪਾਂ ਜਦੋਂ ਛੋਟੇ ਸੀ, ਤੇ ਅੱਜ ਅਸੀਂ ਹਜ਼ਾਰਾਂ ਵਾਰੀ ਕੀਰਤਨ ਸੁਣ ਲਿਆ, ਕੁਝ ਨਹੀਂ ਯਾਦ ਰਿਹਾ। ਇੱਕ ਸਮਾਂ ਸੀ ਜਦੋਂ ਲਿਵ ਲੱਗੀ ਹੋਈ ਸੀ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇੱਕ ਅਵਸਥਾ ਐਸੀ ਸੀ ਜਿੱਦਨ ਧੜਕਣ ਦੀ ਵੀ ਪਛਾਣ ਸੀ। ਇੱਕ ਅਵਸਥਾ ਐਸੀ ਹੋ ਗਈ, ਹਜ਼ਾਰਾਂ ਖੰਡ ਪਾਠ ਹੋ ਗਏ ਨੇ, ਸਾਨੂੰ ਇੱਕ ਅੱਖਰ ਵੀ ਨਹੀਂ ਯਾਦ। ਹਜ਼ਾਰਾਂ ਬਾਣੀ ਦੇ ਸ਼ਬਦ ਸੁਣ ਲਏ ਨੇ, ਇੱਕ ਵੀ ਨਹੀਂ ਯਾਦ। ਕਿਉਂ? ਕਿਉਂਕਿ ਗਾਹਕ ਨਹੀਂ ਹਾਂ। ਪਾਤਸ਼ਾਹ ਜੀ ਇਤਿਹਾਸ ਦੀ ਉਗਾਥਾ ਦੇ ਵਿੱਚ ਲਿਖਦੇ ਹਨ, ਦੱਸਦੇ ਹਨ ਇਤਿਹਾਸਕਾਰ, ਕਿ ਕਹਿਣ ਲੱਗੇ ਕਿ ਮੈਨੂੰ ਆਪਣੀ ਮਾਤਾ ਦੇ ਪਰਉਪਕਾਰ ਭੁੱਲਦੇ ਹੀ ਨਹੀਂ। ਕਿਸ ਤਰ੍ਹਾਂ ਉਹਨਾਂ ਨੇ ਮੇਰੇ ਵਾਸਤੇ ਕੀ ਕੁਝ ਕੀਤਾ। ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ, ਪਹਿਲਾਂ ਬੀੜ ਬਾਬਾ ਬੁੱਢਾ ਸਾਹਿਬ ਗਏ, ਫਿਰ ਕਲਮ ਘੜ ਕੇ ਤੇ ਬਾਬਾ ਬੁੱਢਾ ਜੀ ਦੇ ਕੋਲੋਂ ਅਰਦਾਸ ਕਰਵਾਈ ਕਿ ਅਰਦਾਸ ਕਰੋ ਕਿ ਮੇਰੇ ਪੁੱਤਰ ਨੂੰ ਅੱਖਰ ਲਿਖਣੇ ਆ ਜਾਣ, ਸੰਸਾਰੀ ਅੱਖਰ। ਤੇ ਹਰ ਮਾਂ-ਬਾਪ ਕਹਿੰਦੇ ਨੇ ਨਾ ਕਿ ਸਾਡਾ ਪੁੱਤਰ ਸੰਸਾਰੀ ਵਿਦਿਆ ਪੜ੍ਹ ਲੈ, ਇਹਦਾ ਅਗਿਆਨ ਦਾ ਨਾਸ਼ ਹੋ ਜਾਏ, ਇਹਨੂੰ ਵਿਦਿਆ ਆਉਣੀ ਚਾਹੀਦੀ ਹੈ। ਬਾਕੀ ਸਾਰੀ ਥਾਂ ਤੇ ਕੰਪਰੋਮਾਈਜ਼ ਹੋ ਜਾਂਦਾ ਹੈ, ਪਰ ਪੜ੍ਹਾਈ ਦੇ ਨਾਲ ਆਪਾਂ ਦੇ ਵਿੱਚੋਂ ਕੋਈ ਵੀ ਐਸਾ ਨਹੀਂ ਕਿ ਜਿਹੜਾ ਕੰਪਰੋਮਾਈਜ਼ ਕਰੇ। ਭਾਵੇਂ ਤੂੰ ਰੋ, ਭਾਵੇਂ ਤੂੰ ਜਿੱਦ ਕਰ, ਜੋ ਮਰਜ਼ੀ ਕਰ, ਸਕੂਲ ਤੈਨੂੰ
जाना ही पैना। क्यों? क्योंकि उन्होंने पता है कि जे ना पढ़िया तो इसका जीवन हनेरे विच रह जाएगा। माँ बाप नूं पता है, उस माँ बाप का असीं कित्थे लेखा देना है। उन्हां दे नाल आर्गू करदे हैं, कई बारी कहंदे हैं मुबारक है कि जे असीं कोई माँ बाप कोई ऐसा होता है कि नहीं संसारिक धन कमा सकते, तो बाद में जाके असीं उन्हां नूं कहने कि तुसीं की बनाया सारी उम्र विच। उन्होंने तैनू बनाया है, जे तू अज है तो उन्होंने ही सदका है, जे वो ही ना होंदे तो तू कित्थों होना सी। इस करके काहे पूत झगड़त हों संग बाप, जिनके जने बडीरे तुम हो तिन स्यो झगड़त पाप। जिस धन का तुम गर्व करत हो सो धन किसे ना आप। ये धन किसे का अपना है ही नहीं, अज तक किसे का होया ही नहीं ते ना ही किसे का होना। कलमा पढ़िया, बाबा बुढ़ा जी कोलों अरदास कराई कि अरदास करो कि इनू अखर लिखने आ जाए। फिर होर वड्डे होए ते बाबा जी नू बेनती की कि इन्हां घोड़ सवारी, इन्हां शस्त्र चलाने, इन्हां जंग युद्ध की कला सिखाओ। ये सारे परोपकार मेरी मां दे हैं ते उस मां नू याद करके जे मेरी अखां विचों पानी आ रहा तो सुभावक है, ये उन्हां दे प्रति वफादारी है। रमैया के गुण चेत पुराणी, कवन मूल ते कवन दृष्टानी। साडा मूल की है ते असीं दिस की रहे हैं। जिन तू साज सवार शिंगारिया, जिन्हें सानू साजिया फिर शिंगारिया, कैसे सोहने नैन नक्श दिते हैं, सारे हाथ उंगला सारियां हर चीज पूरी है। जे ना एक चीज देंदा, फिर जे एक उंगल ही ना देंदा, एक हाथ ही ना देंदा। जेड़े ऐसे किन्ने ऐसे जिन्हां दे नेत्र नहीं हैं, तो फिर असीं कहने आ बेचारा मनख है, किवें तरस आउंदा उहदे ते। शुकराना करिए शुकराना हर वेले। जिन तू साज सवार शिंगारिया, गर्भ अगन में जिन्हें उभारिया। बार व्यवस्था तुझे प्यारे दूध, भर जोबन भोजन सुख सूद। जदों वड्डा होया पता नहीं किन्ने पदार्थ, ते फिर ओदी भी गल के जे प्रसाद 36 अमृत खाहे तिस ठाकुर को रख मन माही। आप अपने अंदर झाकना, हर चीज के दो पहलू हैं। जिहड़ी भुख है ना, ये भी दो तरह की है। एक शरीर की भुख है जिहड़ी लंगर विचों मिटेगी, एक नाम की भुख है जिहड़ी शब्द विचों मिटेगी मुकेगी। ते काश, क्योंकि नाल नाल आपां अमृत की भी गल करनी है, क्योंकि आने वाली जी अगले महीने अप्रैल की 28 तरीक को अमृत संचार इस स्थान पर होना। ते अमृत छकेगा कौन? लंगर में रोटी कौन खाएगा? जे भुख लगेगी तो रोटी खाओगे ना। प्रशादे दी लंगर दी लोड़ ते तां है ना जे भुख लगी है, ते जे भुख ही नहीं लगी तो अमृत कौन पाएगा? सानू अमृत दी भुख ही नहीं लगी, प्यास ही नहीं। अमृत नूं दो चीज़ां नाल कंपेयर किया, एक प्यास नाल ते एक भुख नाल। जिनको लगी प्यास अमृत से ही खाए। ना भुख लगन का कारण की है कि शरीर, जदों सानू शरीरक भुख नहीं ना लगती तो असीं डॉक्टर को जाने, चूरन खाने, कई कुछ करने, मैनूं भुख ही नहीं लगती, बस कल की एक रोटी खाधी है, मुड़ के भुख ही नहीं लगी। फिर बड़ा ज्यादा कोशिश की जाती कि शरीर नूं भुख लगे। जे ना भुख लगी तो शरीर ने निढाल हो जाना है। पर बाणी की अमृत की कभी भुख लगी नहीं, महसूस ही नहीं होया। जिस दिन महसूस हो गया उस दिन अमृत छकिया प्रवान है, नहीं तो खाली कृपान पान नाल अमृत नहीं छकिया जाना।
भावें एक थले पाइए एक हाथ च 3 फुटी फड़ लीए, नहीं, अंदर भुख होनी चाहिए है पहला। ते भुख कैमें पैदा होएगी? फिर गुरु को आना पेगा, डॉक्टर को जाना पेगा, शरीरक दवाई डॉक्टर देता है, ते अमृत की भुख की दवाई गुरु ग्रंथ साहिब देते हैं। तृप्त भई सच भोजन खाया। अमृत साडे अंदर ही है, पर ना भुख लगन का कारण भी गुरबाणी दसेगी। अंतर खुहटा अमृत भरिया। अंदर साडे अमृत है। तुसी गुरबाणी जेड़े पढ़ते हो ठीक है, नहीं तो सुनते तो आप है ही ना, अखंड पाठ साहब चलता रहता। आस पास बिखुआ के कुंटा, 4 सवेरे ना विख्या दे कुंड ने, विकारां दे कुंड, ते वो अमृत तक पहुंचन ही नहीं देंदे। भी चलो इत्थे ला लो थोड़ा जिहा दा, ठगी है, चुगली है, बखीली है, और पदार्थ बड़े पदार्थ पे ने 4 सवेरे विच अमृत पिया। क्योंकि जिन्नी कीमती ज्यादा चीज होएगी ना, उन्नी ही उन्होंने सेफ रखना पैंदा है, सिक्योरिटी ज्यादा रखनी पैंदी है। आस पास बिखुआ के कुंटा, 4 सवेरे विख्या दे कुंड भरे पे ने साडे अंदर ही। बीच अमृत है भाई रे, ऐ मेरे भरावा, अमृत विचे ही है। मिलेगा किवें? मिलेगा गुरु के शब्द द्वारा। भुख किवें पैदा होएगी? क्योंकि पहला तो असीं साधु सूरत होवांगे। जदों तक असीं बाणी नहीं पढ़ते, अपने असले नूं नहीं जानते कि मनुखा जन्म मिलिया किस वास्ते है। केवल खाण वास्ते, पहनण वास्ते, केवल कुछ समा धरती ते भार बढ़ाने वास्ते तो नहीं ना मिलिया। आपां मनुखा जन्म की भी बात करांगे। धन साहिब श्री गुरु हरगोबिंद पातशाह जी अपनी माता के प्रति किन्ने वफादार ने, असी किन्ने वफादार। जदों असी संसार दे विचों कुछ सेधा लांगे ना, ते बाणी दे नजदीक जावांगे। जदों आपां जपजी साहिब दे अर्थ पढ़ने, दास ने पहला बेनती की सी कि अर्थ हर किसी ने अपने करने ने। किन्ने विद्वाना ने श्री जपजी साहिब जी दे टीके कर दिते ने, ते है कोई बांह उच्ची करके कह दे कि बस ये एंड है। हर बंदा ये कहता कि नहीं और आनंद आ सकता है, हो सकता है, हर अपनी अपनी अवस्था है। ते अमृत के प्रति साडी की अवस्था है? एक दास ने बुधवार भी बेनती की सी, एक सिर दे के अमृत लैण वास्ते तैयार है कि मेरा सिर वढ़ लो, मैनू अमृत दे दिओ। ते एक दी बुक विच अमृत है, ते इत्थों इत्थे पाउण वास्ते तैयार नहीं है। अमृत की सार सोई जाने, जे अमृत का व्यापारी जियो। आपां अमृत दे व्यापारी बनन दी कोशिश करनी है। ते दसणगे गुरु महाराज जी, ते पहला असी चंगे पुत्र बनांगे ना, तां अमृत दे पासे जांगे। अपने गुरु दे पुत्र ही नहीं बने ते अमृत कित्थों बनावांगे? पहला ये आपां एक्सेप्ट करिए ना कि असीं गुरु दे पुत्र हां, फिर गुरु सानू अमृत दी दात भी देगा। वाहिगुरु कृपा करे। समा अपनी जगह ते पहुंच गया। अज दे समागम दे विचों असीं क्योंकि लैसन लैना, किसी ना किसी कोई ना कोई सिक्ख्या जो एक होमवर्क लैके जावांगे ना, बाबाणियां कहानियां पुत सपुत करें। सफल जन्म हर जन का उपजया, जिन कीनो सौत विधाता। उन्हां सेवकां दा, गुरसिखां दा सफल जन्म है जिन्हां ने अकाल पुरख नूं सौतरा कर दिता, पुत्रा वाला कर दिता। ते वो पुत्रा वाले असी आप मां खालसा मेरो रूप है खास, खालसे में हो करो निवास। आप अमृत की भी भुख पैदा करनी है। ते जदों भुख लगेगी तो फिर दोवें हाथ जोड़ के ते पातशाह दे अगे कहना कि आप जी कृपा करो, सतगुर आज्ञा शीस भेट देवो। जे सतगुर
साचे भाव है। पातशाह मेरा आशीष ये नहीं कि सिर वढ़ के देना है, अहंकार छड़ दे, चुगली छड़ दे, सोच छड़ दे माड़ी, यही सिर वढ़िया गया। माड़ी सोच ही छड़ दईए, क्योंकि साडा सिर ही नहीं ना किसी के अगे न्यूंदा कि मेरा दिमाग सब तो तेज है, मैं सारा तो वधिया सोच सकना। नहीं, आपस को जो जाने नीचा सो गणिया सब ते ऊंचा। जेड़ा अपने आप नूं नीवा जान लेगा वो सारियां तो ऊंचा हो जाएगा। वाहिगुरू कृपा करे। इतनी बेनतियां प्रवान करनियां, गलती भुल चुक दी खिमा। सारियां दा धन्नवाद। वाहिगुरू जी का खालसा, वाहिगुरू जी की फतेह।